ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹੀਨਾ ਕਨੂਚੀਆ। ਪ੍ਰੋਗਰਾਮ ਕੁੜੀਆਂ ਚਿੜੀਆਂ ਦਾ ਨਵਾਂ ਐਪੀਸੋਡ ਤੁਸੀਂ ਦੇਖਣ ਜਾ ਰਹੇ ਹੋ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕਿ ਬੱਚਿਆਂ ਦੇ ਨਾਲ ਮਾਪੇ ਕਿਹੋ ਜਿਹੀਆਂ ਗੱਲਾਂ ਕਰਨ, ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਹੈ ਤੇ ਉਵੇਂ ਉਵੇਂ ਬਹੁਤ ਸਾਰੇ ਸਰੀਰਕ ਬਦਲਾਅ ਜਿਹੜੇ ਨੇ ਉਹ ਬੱਚਿਆਂ ਦੇ ਵਿੱਚ ਆਉਂਦੇ ਨੇ। ਇਸ ਕਰਕੇ ਬੱਚੇ ਜਿਹੜੇ ਨੇ ਆਪਣੇ ਮਾਪਿਆਂ ਦੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਤੇ ਉੱਥੇ ਹੀ ਮਾਪੇ ਜਿਹੜੇ ਨੇ ਉਹ ਵੀ ਬੱਚਿਆਂ ਦੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ। ਤਾਂ ਇਸੇ ਵਿਸ਼ੇ ਤੇ ਅੱਜ ਅਸੀਂ ਗੱਲ ਕਰਾਂਗੇ। ਇਸ ਚਰਚਾ ਦੇ ਵਿੱਚ ਮੇਰਾ ਸਾਥ ਦੇਣਗੇ ਨੇਹਾ। ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਜੀ ਤਾਂ ਨੇਹਾ, ਅੱਜ ਇਸ ਵਿਸ਼ੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਬੱਚਿਆਂ ਦੇ ਨਾਲ ਮਾਪੇ ਕਿਹੋ ਜਿਹੀਆਂ ਗੱਲਾਂ ਕਰਨ ਜਾਂ ਬੱਚੇ ਜਿਹੜੇ ਨੇ ਉਹ ਕਿਸ ਤਰੀਕੇ ਖੁੱਲ੍ਹ ਕੇ ਆਪਣੇ ਮਾਪਿਆਂ ਦੇ ਨਾਲ ਗੱਲਬਾਤ ਕਰ ਸਕਦੇ ਨੇ। ਜੀ ਹੀਨਾ, ਹੁਣ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਤੇ ਇਹ ਚੀਜ਼ ਜ਼ਰੂਰ ਇੱਕ ਬਹੁਤ ਵੱਡਾ ਵਿਸ਼ਾ ਬਣ ਚੁੱਕੀ ਹੈ ਕਿ ਮਾਪਿਆਂ ਨੂੰ ਨਾ ਆਪਣੇ ਬੱਚਿਆਂ ਦੇ ਨਾਲ ਹਰ ਗੱਲ ਖੁੱਲ੍ਹ ਕੇ ਕਰ ਲੈਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਨਾ ਜਿਵੇਂ ਜਿਵੇਂ ਉਮਰ ਵੱਧਦੀਆਂ ਉਵੇਂ ਨਾ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਵੀ ਵੱਧਦੀਆਂ ਨੇ। ਜ਼ਰੂਰੀ ਨਹੀਂ ਹੈ ਕਿ ਜਿਹੜੀਆਂ ਪਰੇਸ਼ਾਨੀਆਂ ਹੈ ਉਹ ਜਦੋਂ ਅਸੀਂ ਕੰਮਕਾਜ ਕਰਦੇ ਹਾਂ, ਜਦੋਂ ਅਸੀਂ ਬੁੱਢੇ ਹੋ ਜਾਂਦੇ ਹਾਂ ਤਾਂ ਹੀ ਸਾਨੂੰ ਹੁੰਦੀਆਂ ਨੇ। ਪਰੇਸ਼ਾਨੀਆਂ ਬੱਚਿਆਂ ਨੂੰ ਵੀ ਹੋ ਸਕਦੀਆਂ ਨੇ, ਤੇ ਜੇਕਰ ਮਾਪੇ ਆਪਣੇ ਬੱਚਿਆਂ ਦੇ ਨਾਲ ਸ਼ੁਰੂ ਤੋਂ ਹੀ ਇੱਕ ਵਧੀਆ ਬਿਹੇਵ ਰੱਖਣਗੇ, ਬੱਚਿਆਂ ਦੇ ਨਾਲ ਸਹੀ ਤਰੀਕੇ ਗੱਲਬਾਤ ਕਰਦੇ ਰਹਿਣਗੇ, ਸਮੇਂ-ਸਮੇਂ ਤੇ ਬੱਚਿਆਂ ਤੋਂ ਉਹਨਾਂ ਦੇ ਦੁੱਖ ਤਕਲੀਫਾਂ ਦੀ ਜਾਣਕਾਰੀ ਲੈਂਦੇ ਰਹਿਣਗੇ, ਤੇ ਆਪਣੇ ਆਪ ਬੱਚੇ ਆਪਣੇ ਜ਼ਿੰਦਗੀ ਦੀਆਂ ਜਿਹੜੀਆਂ ਵੀ ਪਰੇਸ਼ਾਨੀਆਂ ਹੋਣਗੀਆਂ ਉਹ ਮਾਪਿਆਂ ਦੇ ਨਾਲ ਸਾਂਝੀਆਂ ਜ਼ਰੂਰ ਕਰਨਗੇ। ਬਿਲਕੁਲ ਨੇਹਾ, ਇੱਕ ਪੁਰਾਣਾ ਸਮਾਂ ਹੁੰਦਾ ਸੀ, ਉਦੋਂ ਕੋਈ ਵੀ ਬੱਚਾ ਆਪਣੇ ਮਾਪਿਆਂ ਦੇ ਨਾਲ ਖੁੱਲ੍ਹ ਕੇ ਗੱਲ ਨਹੀਂ ਸੀ ਕਰ ਸਕਦਾ, ਕਿਉਂਕਿ ਉਹ ਸਮਾਂ ਹੀ ਇਦਾਂ ਦਾ ਹੁੰਦਾ ਸੀ, ਸਾਰਾ ਪਰਿਵਾਰ ਇਕੱਠਾ ਰਹਿੰਦਾ ਹੁੰਦਾ ਸੀਗਾ ਤੇ ਇੱਕ ਬਹੁਤ ਸ਼ਰਮ ਜਿਹੀ ਮਹਿਸੂਸ ਕਰਦੇ ਸੀ ਕਿ ਬੱਚੇ ਕਿ ਅਸੀਂ ਕਿਵੇਂ ਆਪਣੇ ਮਾਪਿਆਂ ਦੇ ਨਾਲ ਇਹ ਗੱਲਾਂ ਕਰਾਂਗੇ। ਖਾਸ ਕਰਕੇ ਕੁੜੀਆਂ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਕੁੜੀਆਂ ਅੰਦਰ ਹੀ ਅੰਦਰ ਘੁੱਟਦੀਆਂ ਰਹਿੰਦੀਆਂ ਸੀ। ਉਹਨਾਂ ਨੇ ਕੋਈ ਵੀ ਗੱਲ ਜਿਹੜੀ ਹੈ ਆਪਣੇ ਮਾਪਿਆਂ ਦੇ ਨਾਲ ਸਾਂਝੀ ਨਹੀਂ ਕਰਨੀ ਕਿ ਹਾਏ ਸਾਨੂੰ ਗਾਲਾਂ ਨਾ ਪੈ ਜਾਣ, ਸਾਨੂੰ ਕਿਤੇ ਕੋਈ ਕਹਿ ਨਾ ਜਾਵੇ ਕੁਝ, ਸਾਨੂੰ ਕਿਤੇ ਕੋਈ ਗਲਤ ਨਾ ਬਣਾ ਦੇਵੇ। ਇਹ ਸਭ ਕੁਝ ਸੋਚ ਕੇ ਨਾ ਕੁੜੀਆਂ ਆਪਣੇ ਮਾਪਿਆਂ ਦੇ ਨਾਲ ਗੱਲ ਹੀ ਨਹੀਂ ਸੀ ਕਰਦੀਆਂ ਤੇ ਕਈ ਕੁੜੀਆਂ ਤਾਂ ਸਮੱਸਿਆਵਾਂ ਦੇ ਵਿੱਚ ਵੀ ਫਸ ਜਾਂਦੀਆਂ ਸੀ। ਜੀ ਹਾਂ, ਬਿਲਕੁਲ ਤੁਸੀਂ ਇਹ ਗੱਲ ਸਹੀ ਕਹੀ ਹੈ ਕਿ ਕੁੜੀਆਂ ਨਾ ਸਮੱਸਿਆਵਾਂ ਦੇ ਵਿੱਚ ਫਸ ਜਾਂਦੀਆਂ ਨੇ। ਹੁਣ ਜੇ ਅਸੀਂ ਆਪਣੇ ਸਕੂਲ ਟਾਈਮ ਦੀ ਗੱਲ ਕਰੀਏ ਤਾਂ ਸਾਡੇ ਨਾਲ ਵੀ ਸਕੂਲ ਟਾਈਮ 'ਚ ਬਹੁਤ ਇੱਦਾਂ ਦੀਆਂ ਚੀਜ਼ਾਂ ਹੀ ਨਾ ਹੋਈਆਂ ਹੋਣੀਆਂ ਜਿਹੜੀਆਂ ਅਸੀਂ ਕਦੇ ਵੀ ਆਪਣੇ ਮਾਪਿਆਂ ਦੇ ਨਾਲ ਉਹ ਗੱਲ ਨਹੀਂ ਕੀਤੀ, ਕਿਉਂਕਿ ਸਾਨੂੰ ਡਰ ਲੱਗਦਾ ਸੀ ਕਿ ਗਲਤੀ ਮਾਪੇ ਸਾਡੀ ਹੀ ਕੱਢਣਗੇ। ਉਹਨਾਂ ਨੇ ਇਹੀ ਕਹਿਣਾ ਵੀ ਤੁਹਾਡੀ ਗਲਤੀ ਸੀ, ਤੁਸੀਂ ਇੱਦਾਂ ਕੀਤਾ। ਇਸੇ ਕਾਰਨ ਅੱਜ ਇਹ ਇੱਕ ਵੱਡਾ ਜਿਹੜਾ ਉਹ ਇਸ਼ੂ ਬਣ ਚੁੱਕਿਆ। ਪਰ ਨਹੀਂ, ਜ਼ਰੂਰੀ ਨਹੀਂ ਹੁੰਦਾ ਕਿ ਜੇਕਰ ਕਿਸੇ ਕੁੜੀ ਦੀ ਜਾਂ ਫਿਰ ਮੁੰਡੇ ਦੀ ਜ਼ਿੰਦਗੀ ਦੇ ਵਿੱਚ ਕੁਝ ਗਲਤ ਹੋ ਰਿਹਾ ਤਾਂ ਸਿਰਫ ਉਸੇ ਦੇ ਕਾਰਨ ਹੋ ਰਿਹਾ ਹੋਵੇ। ਕਈ ਵਾਰ ਉਹ ਇਸ ਚੀਜ਼ ਦੇ ਵਿੱਚ ਗਲਤੀ ਦੇ ਨਾਲ ਫਸ ਜਾਂਦਾ ਹੈ ਤੇ ਸਾਨੂੰ ਬੱਚਿਆਂ ਦੇ ਨਾਲ ਨਾ ਇਸ ਤਰੀਕੇ ਦੇ ਨਾਲ ਰਹਿਣਾ ਚਾਹੀਦਾ ਕਿ ਉਹ ਸਾਨੂੰ ਹੁਣ ਆਪਣੀਆਂ ਸਾਰੀਆਂ ਚੀਜ਼ਾਂ ਦੱਸਣ। ਬਿਲਕੁਲ ਬਿਲਕੁਲ ਨੇਹਾ, ਇੱਕ ਦੋਸਤ ਬਣ ਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਰਹਿਣਾ ਚਾਹੀਦਾ। ਹਾਂ, ਅੱਜ ਕੱਲ ਬਹੁਤ ਸਾਰੇ ਮਾਪੇ ਜਿਹੜੇ ਨੇ ਉਹ ਐਡਵਾਂਸ ਹੋ ਚੁੱਕੇ ਨੇ, ਮਾਡਰਨ ਹੋ ਚੁੱਕੇ ਨੇ, ਆਪਣੇ ਬੱਚਿਆਂ ਦੇ ਨਾਲ ਹਰ ਤਰੀਕੇ ਦੀ ਗੱਲ ਵੀ ਕਰਦੇ ਨੇ। ਪਰ ਉੱਥੇ ਹੀ ਬਹੁਤ ਸਾਰੇ ਮਾਪੇ ਅਜਿਹੇ ਨੇ ਕਿ ਜੋ ਆਪਣੇ ਬੱਚਿਆਂ ਦੇ ਨਾਲ ਖੁੱਲ੍ਹ ਕੇ ਗੱਲ ਅਜੇ ਵੀ ਨਹੀਂ ਕਰਦੇ, ਹਨਾ। ਤਾਂ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਇਸੇ ਕਰਕੇ ਸਮੱਸਿਆਵਾਂ ਦੇ ਵਿੱਚ, ਜਿਵੇਂ ਕਿ ਆਪਾਂ ਗੱਲ ਕੀਤੀ, ਕਿ ਉਹ ਫਸ ਜਾਂਦੇ ਨੇ। ਹੁਣ ਜਿੱਦਾਂ ਜਿੱਦਾਂ ਉਮਰ ਵੱਡੀ ਹੁੰਦੀ ਹੈ, ਹਨਾ, ਤਾਂ ਉੱਦਾਂ ਸਰੀਰਕ ਬਦਲਾਅ ਜਿਹੜੇ ਨੇ ਉਹ ਇੱਕ ਕੁੜੀ ਦੇ ਸਰੀਰ ਦੇ ਵਿੱਚ ਆਉਂਦੇ ਨੇ, ਹਨਾ, ਮੁੰਡੇ ਦੇ ਸਰੀਰ ਦੇ ਵਿੱਚ ਆਉਂਦੇ ਨੇ। ਤਾਂ ਉਸ ਬਾਰੇ ਮੈਨੂੰ ਲੱਗਦਾ ਇੱਕ ਮੁੰਡੇ ਨੂੰ ਆਪਣੇ ਪਿਓ ਦੇ ਨਾਲ ਜ਼ਰੂਰ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਨੇ। ਜੇਕਰ ਬੱਚਾ ਨਹੀਂ ਕਰਦਾ ਤੁਹਾਡੇ ਨਾਲ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਪਿਓ ਨੂੰ ਆਪਣੇ ਮੁੰਡੇ ਦੇ ਨਾਲ ਉਹ ਸਾਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਕਿ ਕਿਸ ਤਰੀਕੇ ਦੇ ਸਰੀਰਕ ਬਦਲਾਅ ਜਿਹੜੇ ਨੇ ਉਹ ਆ ਰਹੇ ਨੇ। ਇਹ ਉਦੋਂ ਹੀ ਸੰਭਵ ਹੈ ਜਦੋਂ ਆਪਾਂ ਬਚਪਨ ਤੋਂ ਹੀ ਆਪਣੇ ਬੱਚਿਆਂ ਦੇ ਨਾਲ ਖੁੱਲ੍ਹ ਕੇ ਗੱਲ ਕਰਾਂਗੇ, ਉਹਨਾਂ ਦੇ ਨਾਲ ਫਰੈਂਡਲੀ, ਉਹਨਾਂ ਦਾ ਇੱਕ ਦੋਸਤ ਬਣ ਕੇ ਰਵਾਂਗੇ। ਤੇ ਇਸੇ ਤਰੀਕੇ ਦਾ ਕੁੜੀਆਂ ਦੇ ਵਿੱਚ ਹੁੰਦਾ ਆ। ਹੁਣ ਕੁੜੀਆਂ ਦੇ ਸਰੀਰ ਦੇ ਵਿੱਚ ਵੀ ਬਹੁਤ ਸਾਰੇ ਬਦਲਾਅ ਆਉਂਦੇ ਨੇ ਜਿੱਦਾਂ ਜਿੱਦਾਂ ਉਹਨਾਂ ਦੀ ਉਮਰ ਵੱਡੀ ਹੁੰਦੀ ਹੈ। ਤਾਂ ਹੁਣ ਕੁੜੀਆਂ ਆਪਣੀ ਮਾਵਾਂ ਦੇ ਨਾਲ ਹੀ ਗੱਲ ਕਰ ਸਕਦੀਆਂ ਨੇ, ਜਾਂ ਉਹਨਾਂ ਦੀ ਵੱਡੀਆਂ ਭੈਣਾਂ ਹੁੰਦੀਆਂ ਨੇ, ਵਿਆਹੀਆਂ ਹੁੰਦੀਆਂ ਨੇ, ਕਜ਼ਨਸ ਹੁੰਦੀਆਂ ਨੇ, ਹਨਾ, ਜਾਂ ਆਪਣੀ ਸਹੇਲੀਆਂ ਦੇ ਨਾਲ ਗੱਲਾਂ ਕਰ ਲੈਂਦੀਆਂ ਨੇ। ਤਾਂ ਮੈਨੂੰ ਲੱਗਦਾ ਹੈ ਕਿ ਇੱਕ ਮਾਂ ਨੂੰ ਆਪਣੀ ਕੁੜੀ ਨੂੰ ਉਹ ਸਾਰੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਨੇ ਕਿ ਉਸ ਨੂੰ ਹਲੇ ਕਿਹੜੇ ਦੌਰ ਦੇ ਵਿੱਚੋਂ ਗੁਜ਼ਰਨਾ ਪੈ ਸਕਦਾ ਹੈ, ਤਾਂ ਕਿ ਉਹ ਮਾਨਸਿਕ ਤੌਰ ਤੇ ਵੀ ਆਪਣੇ ਆਪ ਨੂੰ ਤਿਆਰ ਰੱਖਣ। ਜੀ ਹਾਂ, ਇੱਕ ਹੋਰ ਗੱਲ ਕਹੀ ਜਾਂਦੀ ਹੈ ਨਾ ਕਿ ਬੱਚੇ ਪਾਲਣੇ ਬਹੁਤ ਔਖੇ ਹੁੰਦੇ ਨੇ ਜਦੋਂ ਛੋਟੇ ਨੇ, ਤੇ ਉਹਨਾਂ ਨੂੰ ਆਪ ਹੱਥਾਂ ਦੇ ਨਾਲ ਮੂੰਹ ਦੇ ਵਿੱਚ ਬੁਰਕੀਆਂ ਪਾਉਣੀਆਂ ਪੈਂਦੀਆਂ ਹੈ, ਠੀਕ ਆ। ਉਹਨਾਂ ਦੇ ਪਿੱਛੇ ਘੁੰਮ ਕੇ ਉਹਨਾਂ ਨੂੰ ਰੋਟੀ ਖਵਾਉਣੀ ਪੈਂਦੀ ਹੈ। ਤੇ ਮਾਪੇ ਕਈ ਵਾਰ ਇਹ ਵੀ ਚੀਜ਼ ਕਹਿ ਦਿੰਦੇ ਨੇ ਕਿ ਜਦੋਂ ਇਹ ਵੱਡੇ ਹੋ ਜਾਣਗੇ ਉਦੋਂ ਸਾਨੂੰ ਸਾਹ ਆਵੇਗਾ। ਪਰ ਨਹੀਂ ਹੀਣਾ, ਇੱਥੇ ਉਹੀ ਗੱਲ ਆਉਂਦੀ ਹੈ ਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਨਾ ਉਦੋਂ ਤੁਹਾਡੀਆਂ ਪਰੇਸ਼ਾਨੀਆਂ ਜ਼ਿਆਦਾ ਵੱਧ ਜਾਂਦੀਆਂ ਨੇ, ਤੇ ਤੁਹਾਡੀਆਂ ਨਾ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਸ ਵੇਲੇ ਉਹ ਵੱਧ ਜਾਂਦੀਆਂ ਨੇ। ਜਿਵੇਂ ਜਿਵੇਂ ਬੱਚਿਆਂ ਦੀ ਉਮਰ ਵਧੀ ਤੁਹਾਡੀ ਜ਼ਿੰਮੇਵਾਰੀਆਂ
ਸਕਦੀਆਂ ਤੇ ਤੁਹਾਨੂੰ ਨਾ ਮਾਨਸਿਕ ਤੌਰ ਤੇ ਇੱਕਦਮ ਪ੍ਰਿਪੇਅਰ ਰਹਿਣਾ ਚਾਹੀਦਾ ਹੈ, ਕਿਉਂਕਿ ਕਿਸੇ ਵੀ ਵੇਲੇ ਤੁਹਾਨੂੰ ਕੁਝ ਵੀ ਵੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਬੱਚਿਆਂ ਦੇ ਵਿੱਚ ਬਦਲਾਵ ਆ ਰਿਹਾ। ਹੁਣ ਆਪਾਂ ਜਿੱਥੇ ਕੁੜੀਆਂ ਦੀ ਗੱਲ ਕਰਦੇ ਹਾਂ ਤਾਂ ਇਹ ਨਾ ਇੱਕ 15 ਤੋਂ ਲੈ ਕੇ 20 ਸਾਲ ਦੀ ਉਮਰ ਹੁੰਦੀ ਹੈ, ਜਿਸ ਦੇ ਵਿੱਚ ਬੱਚੇ ਦਾ ਮਨ ਵੀ ਡੋਲਦਾ ਹੈ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਕਈ ਵਾਰ ਬੱਚੇ ਦੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਉਸ ਨੂੰ ਮਿਲ ਜਾਂਦਾ ਹੈ ਜੋ ਕਿ ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਸੁਣਦਾ ਹੁੰਦਾ ਹੈ ਤੇ ਬੱਚਾ ਨਾ ਆਪਣੇ ਮਾਪਿਆਂ ਤੋਂ ਪਿੱਛੇ ਹੋ ਕੇ ਉਹਦੇ ਵੱਲ ਜ਼ਿਆਦਾ ਅਟਰੈਕਟ ਹੋਣ ਲੱਗ ਜਾਂਦਾ ਹੈ, ਉਸ ਸ਼ਖਸ ਦੇ ਵੱਲ ਜਾਣ ਲੱਗ ਜਾਂਦਾ ਹੈ। ਤੇ ਇਹ ਗੱਲਾਂ ਨਾ ਮਾਪਿਆਂ ਨੂੰ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਨਾ ਇਸ ਤਰੀਕੇ ਨਾਲ ਸਮਝਾਉਣੀਆਂ ਚਾਹੀਦੀਆਂ ਵੀ ਤੁਹਾਨੂੰ ਜੇਕਰ ਕਦੀ ਕੋਈ ਪਰੇਸ਼ਾਨੀ ਹੋ ਰਹੀ ਹੈ, ਤੁਹਾਡੇ ਨਾਲ ਕੁਝ ਵੀ ਹੋ ਰਿਹਾ, ਤੁਸੀਂ ਸਾਨੂੰ ਆ ਕੇ ਦੱਸੋ, ਅਸੀਂ ਉਸ ਪਰੇਸ਼ਾਨੀ ਦਾ ਹੱਲ ਕੱਢਾਂਗੇ। ਪਰ ਸਾਡੇ ਮਾਪੇ ਕੀ ਕਰਦੇ ਨੇ, ਉਹ ਸਾਨੂੰ ਡਰਾ ਦਿੰਦੇ ਨੇ। ਹੁਣ ਮੰਮੀ ਦੀ ਗੱਲ ਕੀਤੀ ਜਾਵੇ ਤੇ ਮੰਮੀ ਨਾ ਕਈ ਵਾਰ ਅਜਿਹਾ ਕਰਦੇ ਹੁੰਦੇ ਨੇ ਕਿ ਜਿੱਦਾਂ ਕੋਈ ਗੜਬੜ ਹੋ ਗਈ ਸਾਡੇ ਤੋਂ, ਮੰਨ ਲਓ ਵੀ ਅਸੀਂ ਕੋਈ ਗਲਤੀ ਕਰ ਦਿੱਤੀ, ਮੰਮੀ ਨੇ ਪਤਾ ਕੀ ਕਹਿਣਾ, ਮੈਂ ਤੇਰੇ ਪਿਓ ਨੂੰ ਦੱਸੂਗੀ। ਠੀਕ ਹੈ, ਜਦੋਂ ਗੱਲ ਇੱਦਾਂ ਆ ਜਾਂਦੀ ਹੈ ਮੈਂ ਤੇਰੇ ਪਿਓ ਨੂੰ ਦੱਸੂਗੀ, ਇੱਕ ਤਾਂ ਨਾ ਬੱਚੇ ਦੇ ਦਿਮਾਗ ਦੇ ਵਿੱਚ ਚੀਜ਼ ਆ ਜਾਂਦੀ ਹੈ ਵੀ ਮੰਮੀ ਪਿਓ ਨੂੰ ਦੱਸੂਗੀ, ਹੈ ਨਾ, ਸਿੱਧੀ ਡੈਡੀ ਤੱਕ ਇਸਨੇ ਗੱਲ ਪਹੁੰਚਾ ਦੇਣੀ ਆ, ਮੇਰੇ ਨਾਲ ਨਹੀਂ ਕਰਨੀ। ਮੰਮੀ ਦੇ ਲਈ ਵੀ ਬੱਚੇ ਦੇ ਦਿਮਾਗ ਦੇ ਵਿੱਚ ਗੁੱਸਾ ਆ ਜਾਂਦਾ ਹੈ। ਦੂਸਰੇ ਪਾਸੇ ਪਾਪਾ ਤੋਂ ਤਾਂ ਪਹਿਲਾਂ ਹੀ ਡਰਦੇ ਹੁੰਦੇ ਨੇ, ਖਾਸ ਕਰਕੇ ਬੱਚੇ ਆਪਣੇ ਮੰਮੀ ਪਾਪਾ ਦੋਨਾਂ ਦੀ ਗੱਲ ਕੀਤੀ ਜਾਵੇ ਤਾਂ ਪਾਪਾ ਤੋਂ ਜ਼ਿਆਦਾ ਡਰਦੇ ਨੇ। ਤੇ ਜਦ ਦਿਮਾਗ ਦੇ ਵਿੱਚ ਆਪਣੇ ਆਪ ਚੀਜ਼ਾਂ ਆਉਣ ਲੱਗ ਜਾਣਗੀਆਂ ਤੇ ਬੱਚਾ ਨਾ ਆਪਣੀਆਂ ਪ੍ਰੋਬਲਮਸ, ਆਪਣੀਆਂ ਸਮੱਸਿਆਵਾਂ ਕਦੀ ਵੀ ਤੁਹਾਡੇ ਨਾਲ ਸਾਂਝੀਆਂ ਨਹੀਂ ਕਰੇਗਾ। ਬਿਲਕੁਲ ਨੇਹਾ, ਤੁਸੀਂ ਬਿਲਕੁਲ ਸਹੀ ਕਿਹਾ, ਕਿਉਂਕਿ ਸਾਨੂੰ ਡਰਾ ਦਿੱਤਾ ਜਾਂਦਾ ਹੈ ਬਚਪਨ ਤੋਂ ਹੀ ਕਿ ਜੇ ਇਦਾਂ ਕੀਤਾ ਤਾਂ ਇਦਾਂ ਹੋ ਜਾਊਗਾ, ਜੇ ਇਦਾਂ ਕੀਤਾ ਤਾਂ ਇਦਾਂ ਹੋ ਜਾਊਗਾ, ਜੇ ਤੇਰਾ ਕੋਈ ਮੁੰਡਾ ਦੋਸਤ ਬਣਿਆ ਜੀ ਬਿਲਕੁਲ ਤੇ ਤੇਰੇ ਨਾਲ ਇਦਾਂ ਹੋ ਸਕਦਾ ਤਾਂ ਤੇਰੇ ਪਿਓ ਨੂੰ ਦੱਸ ਦਾਂਗੇ ਤਾਂ ਫਿਰ ਤੂੰ ਦੇਖ ਲਈ ਤੇਰਾ ਕੀ ਹਾਲ ਹੋਣਾ ਹੈ। ਇਦਾਂ ਦੀਆਂ ਗੱਲਾਂ ਸਾਡੇ ਨਾਲ ਬਚਪਨ ਤੋਂ ਹੁੰਦੀਆਂ ਆ ਰਹੀਆਂ ਨੇ। ਤੇ ਇੱਕ ਗੱਲ ਮੈਂ ਹੀ ਨਾ ਪੁੱਛ ਰਹੀ ਹਾਂ ਤੁਹਾਡੇ ਤੋਂ, ਤੁਸੀਂ ਕੋਐਡ ਸਕੂਲ ਦੇ ਵਿੱਚ ਪੜ੍ਹੇ ਹੋ ਜਾਂ ਫਿਰ ਲੜਕੀਆਂ ਦੇ? ਬਿਲਕੁਲ, ਮੈਂ ਆਪਣੀ 7ਵੀਂ ਜਮਾਤ ਤੱਕ ਮੈਂ ਕੋਐਡ ਦੇ ਵਿੱਚ ਪੜ੍ਹੀ ਹਾਂ, ਕੋ ਐਜੂਕੇਸ਼ਨ ਮੈਂ ਲਈ ਆ। ਮੁੰਡੇ ਵੀ ਹੁੰਦੇ ਸੀ ਸਾਡੀ ਜਮਾਤ ਦੇ ਵਿੱਚ ਤੇ ਕੁੜੀਆਂ ਵੀ ਹੁੰਦੀਆਂ ਸੀਗੀਆਂ ਤੇ ਅਸੀਂ ਬਹੁਤ ਵਧੀਆ ਤਰੀਕੇ ਰਹਿੰਦੇ ਹੁੰਦੇ ਸੀਗੇ। ਠੀਕ ਹੈ, ਤੇ ਮੈਂ ਆਪਣੀ ਗੱਲ ਕਰਾਂ ਕਿ ਮੈਂ 10ਵੀਂ ਤੱਕ ਕੋਐਡ ਦੇ ਵਿੱਚ ਪੜ੍ਹੀ ਹਾਂ। ਉਸ ਤੋਂ ਬਾਅਦ ਮੇਰੇ ਘਰ ਦੇ ਕੁਝ ਇਸ ਹਿਸਾਬ ਦੇ ਸੀ ਕਿ ਉਹਨਾਂ ਨੇ ਮੈਨੂੰ ਨਾ ਕੁੜੀਆਂ ਵਾਲੇ ਸਕੂਲ ਦੇ ਵਿੱਚ ਲਗਾ ਦਿੱਤਾ। ਪਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੋਐਡ ਤੇ ਕੱਲੀਆਂ ਕੁੜੀਆਂ ਵਾਲੇ ਸਕੂਲ 'ਚ ਮੈਂ ਬਹੁਤ ਜ਼ਿਆਦਾ ਡਿਫਰੈਂਸ ਵੇਖਿਆ। ਮੈਂ ਵੇਖਿਆ ਹੈ ਕਿ ਕੋਐਡ ਦੇ ਵਿੱਚ ਅਸੀਂ ਕਿੱਦਾਂ ਰਲ ਮਿਲ ਕੇ ਰਹਿੰਦੇ ਸੀ, ਤਾਂ ਮੈਂ ਕੁੜੀਆਂ ਵਾਲੇ 'ਚ ਆ ਕੇ ਦੇਖਿਆ ਕਿ ਕੁੜੀਆਂ ਕਿਸ ਹਿਸਾਬ ਦੀਆਂ ਹੁੰਦੀਆਂ ਨੇ। ਠੀਕ ਆ, ਤਾਂ ਹੁਣ ਜਿੱਦਾਂ ਮੈਂ ਤੁਹਾਨੂੰ ਨਾ ਆਪਣਾ ਇੱਕ ਐਗਜ਼ਾਮਪਲ ਦਿੰਨੀ ਆ ਕਿ ਜਦੋਂ ਨਾ ਮੈਂ 10th ਕਲੀਅਰ ਕੀਤੀ ਤੇ 10th ਤੋਂ ਬਾਅਦ ਹੁਣ ਅਸੀਂ ਸਾਰੇ ਅਲੱਗ-ਅਲੱਗ ਹੋ ਗਏ। ਠੀਕ ਹੈ, ਸਾਡੀ ਕਲਾਸ ਦੀ ਚੰਗੀ ਬੌਂਡ ਹੁੰਦੀ ਸੀ ਸਾਰਿਆਂ ਦੀ ਇੱਕ ਦੂਸਰੇ ਦੇ ਨਾਲ, ਤੇ ਜਦੋਂ ਅਸੀਂ ਅਲੱਗ ਹੋ ਗਏ ਉਸ ਤੋਂ ਬਾਅਦ ਇੱਕ ਦੂਸਰੇ ਦੇ ਫੋਨ ਨੰਬਰ ਐਕਸਚੇਂਜ ਹੁੰਦੇ। ਸਾਡੇ ਕੋਲ ਤਾਂ ਚਲੋ ਉਸ ਟਾਈਮ ਤੇ ਫੋਨ ਨਹੀਂ ਸੀ ਹੁੰਦੇ, ਅਸੀਂ ਆਪਣੀ ਮੰਮੀ ਦਾ ਜਾਂ ਪਾਪਾ ਦਾ ਨੰਬਰ ਦੇ ਦਿੱਤਾ। ਤੇ ਇੱਕ ਵਾਰ ਇੰਝ ਹੀ ਹੋਇਆ ਕਿ ਨਾ ਸਾਡੀ ਕਲਾਸ ਦੇ ਵਿੱਚ ਇੱਕ ਮੁੰਡਾ ਪੜ੍ਹਦਾ ਸੀ, ਉਹਨੇ ਨਾ ਮੈਨੂੰ 3-4 ਮਹੀਨੇ ਬੀਤ ਗਏ ਸੀ ਸਾਡੀ 10th ਕਲੀਅਰ ਹੋਈ ਨੂੰ, ਤੇ ਉਹਨੇ ਨਾ ਮੈਨੂੰ ਪਾਪਾ ਦੇ ਫੋਨ ਤੇ ਫੋਨ ਕੀਤਾ। ਤੇ ਜਦੋਂ ਉਹਨੇ ਪਾਪਾ ਦੇ ਫੋਨ ਤੇ ਫੋਨ ਕੀਤਾ, ਪਾਪਾ ਨੇ ਚੱਕਿਆ ਤੇ ਮੁੰਡੇ ਨੇ ਜਿੱਦਾਂ ਦੱਸਿਆ ਵੀ ਮੈਂ ਉਹਦਾ ਕਲਾਸਮੇਟ ਆ, ਵੀ ਮੈਂ ਨਾ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ। ਠੀਕ ਆ, ਤੇ ਸਿੱਧੀ ਨਾ ਦਿਮਾਗ ਦੇ ਵਿੱਚ ਗੱਲ ਕੀ ਆਈ ਹੋਊਗੀ ਕਿ ਇਹਦਾ ਨਾ ਕੋਈ ਗੱਲਬਾਤ ਹੈ ਮੁੰਡੇ ਦੇ ਨਾਲ, ਹਨਾ। ਫਿਰ ਉਸ ਤੋਂ ਬਾਅਦ ਚਲੋ ਪਾਪਾ ਨੇ ਉਸ ਟਾਈਮ ਤਾਂ ਮੈਨੂੰ ਸਿੰਪਲ ਇੰਨਾ ਆ ਕੇ ਦੱਸ ਦਿੱਤਾ ਵੀ ਇੱਦਾਂ ਫੋਨ ਆਇਆ ਸੀ। ਇੱਕ ਵਾਰ ਨਾ ਫਿਰ ਦੁਬਾਰਾ ਤੋਂ ਫੋਨ ਆਇਆ, ਉਹ ਫੋਨ ਨਾ ਕੁਦਰਤੀ ਉਸ ਦਿਨ ਮੈਂ ਚੱਕ ਲਿਆ। ਜਦੋਂ ਮੈਂ ਫੋਨ ਚੱਕਿਆ ਨਾ ਤੇ ਉਹਨੇ ਮੇਰੇ ਨਾਲ ਗੱਲ ਕੀਤੀ, 5-10 ਮਿੰਟ ਅਸੀਂ ਇੱਦਾਂ ਗੱਲ ਕਰਦੇ ਰਹੇ। ਉਸ ਤੋਂ ਬਾਅਦ ਨਾ ਮੇਰੇ ਪਾਪਾ ਨੇ ਨਾ ਮੈਨੂੰ ਬਹੁਤ ਡਾਂਟਿਆ ਸੀ ਨਾ ਕਿ ਤੂੰ ਕਿਹਦੇ ਨਾਲ ਗੱਲ ਕਰਦੀ ਸੀ, ਇਹ ਕੌਣ ਸੀ। ਮੇਰੇ ਨਾ ਦਿਮਾਗ ਦੇ ਵਿੱਚ ਡਰ ਇੰਨਾ ਕੁ ਜ਼ਿਆਦਾ ਪੈਦਾ ਹੋ ਗਿਆ ਨਾ ਉਸ ਟਾਈਮ ਤੇ ਕਿ ਉਹ ਮੁੰਡੇ ਦਾ ਨਾ ਫਿਰ ਵੀ ਜੇ ਕਿਤੇ ਦੁਬਾਰਾ ਕਦੀ ਫੋਨ ਆਣਾ ਨਾ, ਮੈਂ ਚੱਕਣਾ ਹੀ ਨਹੀਂ, ਮੈਂ ਨਾ ਡਰਦੀ ਨੇ ਪਹਿਲਾਂ ਹੀ ਕੱਟ ਦੇਣਾ। ਨਾਲੇ ਮੈਂ ਉਹਨੂੰ ਇਹ ਵੀ ਕਹਿ ਦਿੱਤਾ ਸੀ ਵੀ ਪਾਪਾ ਦਾ ਨੰਬਰ ਆ, ਵੀ ਤੂੰ ਨਾ ਮੇਰੇ ਪਾਪਾ ਜਦੋਂ ਘਰ ਆਉਂਦੇ ਜੇ ਕਦੀ ਕਰਨਾ ਵੀ ਹੋਵੇ ਉਸ ਤੋਂ ਬਾਅਦ ਕਰਿਆ ਕਰ, ਹਨਾ। ਤੇ ਇੱਕ ਦਿਨ ਇੱਦਾਂ ਹੀ ਹੋਇਆ, ਦੁਬਾਰਾ ਫੋਨ ਆ ਗਿਆ। ਠੀਕ ਹੈ, ਮੈਂ ਨਾ ਕੱਟ ਦਿੱਤਾ। ਮੇਰੀ ਛੋਟੀ ਭੈਣ ਨੇ ਦੇਖ ਲਿਆ, ਹਨਾ, ਵੀ ਫੋਨ ਆਇਆ ਸੀ। ਪਾਪਾ ਨੇ ਨਾ ਉੱਦਾਂ ਹੀ ਪੁੱਛ ਲਿਆ ਕਿਹਦਾ ਫੋਨ ਸੀ। ਛੋਟੀ ਸੀ ਅਗਲੀ, ਉਹਦੇ ਮੂੰਹ ਚੋਂ ਨਿਕਲ ਗਿਆ ਵੀ ਉਹਦੇ ਨਾਲ ਕਲਾਸ 'ਚ ਮੁੰਡਾ ਪੜ੍ਹਦਾ ਸੀ, ਉਹਦਾ ਫੋਨ ਸੀ। ਪਾਪਾ ਨੇ ਨਾ ਮੈਨੂੰ ਬੁਲਾ ਲਿਆ, ਮੈਨੂੰ ਬਹੁਤ ਡਾਂਟਿਆ। ਤੇ ਨਾ ਉਸ ਦਿਨ ਤੋਂ ਅੱਜ ਤੱਕ ਕਦੀ ਵੀ ਨਾ ਮੈਂ ਨਾ ਇਹੀ ਚੀਜ਼ਾਂ ਸੋਚਦੀ ਰਹੀ ਵੀ ਹਾਏ ਮੈਂ ਨਾ ਇੱਦਾਂ ਕਿਸੇ ਨਾਲ ਗੱਲ ਨਹੀਂ ਕਰਨੀ ਆ, ਵੀ ਪਾਪਾ ਤੱਕ ਜੇ ਗੱਲ ਪਹੁੰਚ ਗਈ ਨਾ, ਵੀ ਆਪਾਂ ਸਿੰਪਲ ਗੱਲ ਕਰਦੇ ਸੀ। ਈਵਨ ਉਹ ਮੁੰਡਾ ਨਾ ਮੈਨੂੰ ਭੈਣ ਕਹਿ ਕੇ ਬੁਲਾਉਂਦਾ ਹੁੰਦਾ ਸੀਗਾ ਕਿ ਜੇ ਇੱਦਾਂ ਦੀ ਗੱਲ ਕੋਈ ਪਾਪਾ ਤੱਕ ਪਹੁੰਚ ਗਈ ਨਾ, ਮੇਰੇ ਬਹੁਤ ਛਿੱਤਰ ਪੈਣੇ ਨੇ, ਮੈਨੂੰ ਬਹੁਤ ਗਾਲਾਂ ਪੈਣੀਆਂ ਨੇ। ਤਾਂ ਉਹ ਸੱਚੀ ਡਰ ਨਾ ਮੇਰੇ ਦਿਮਾਗ ਦੇ ਵਿੱਚ ਬੈਠਾ ਹੈ। ਪਰ ਮੈਂ ਇਹ ਚੀਜ਼ ਸੋਚਦੀ ਹਾਂ ਕਿ ਜਦ ਸਾਡੀ ਅਗਲੀ ਪੀੜ੍ਹੀ ਆਉਣੀ ਆ ਨਾ, ਮੈਂ ਉਹਨਾਂ ਦੇ ਨਾਲ ਇਸ ਤਰੀਕੇ ਰਹਿਣਾ ਹੈ ਕਿ ਉਹ ਮੇਰੇ ਨਾਲ ਨਾ ਆਪਣੀਆਂ ਸਾਰੀਆਂ ਗੱਲਾਂ ਕਰਨ, ਉਹ ਕਦੀ ਵੀ ਇਹਨਾਂ ਚੀਜ਼ਾਂ ਤੋਂ ਡਰਨ ਨਾ ਕਿ ਹਾਏ ਜੇ ਸਾਨੂੰ ਕਿਸੇ ਮੁੰਡੇ ਦਾ ਫੋਨ ਆ ਗਿਆ ਤੇ ਮੰਮੀ ਸਾਨੂੰ ਕੁੱਟੂਗੀ ਜਾਂ ਡੈਡੀ ਸਾਨੂੰ ਕੁੱਟੂਗਾ। ਅਸੀਂ ਉਹਨਾਂ ਦੇ ਨਾਲ ਇਸ ਤਰੀਕੇ ਰਹਿਣਾ ਕਿ ਉਹ ਸਾਨੂੰ ਸਾਰਾ ਕੁਝ ਦੱਸਣ। ਬਿਲਕੁਲ ਨੇਹਾ, ਅਸੀਂ ਆਪਣੇ ਬੱਚਿਆਂ ਨੂੰ ਇਸੇ ਤਰੀਕੇ ਪ੍ਰੋਟੈਕਟ ਕਰੀਏ ਕਿ ਉਹਨਾਂ ਨੂੰ ਕੋਈ ਬਾਹਰਲਾ ਨਾ ਪਸੰਦ ਆਵੇ, ਕੋਈ ਉਹ ਕਿਸੇ ਨੂੰ ਬਾਹਰ ਜਾ ਕੇ ਆਪਣੀਆਂ ਗੱਲਾਂ ਨਾ ਦੱਸਣ। ਘਰ ਦੇ ਵਿੱਚ ਹੀ ਤੁਹਾਡੀਆਂ ਜਿਹੜੇ ਬੱਚੇ ਨੇ ਉਹ ਤੁਹਾਡੇ ਨਾਲ ਗੱਲਾਂ ਕਰਨ। ਜਿਵੇਂ ਤੁਸੀਂ ਦੱਸਿਆ ਕਿ ਹੁਣ ਇੱਕ ਪਿਓ ਦਾ ਡਰ ਕਿੰਨਾ ਹੁੰਦਾ ਆ ਕੁੜੀਆਂ ਨੂੰ, ਜਿੱਦਾਂ ਫੋਨ ਆ ਗਿਆ ਤੁਹਾਨੂੰ, ਹਨਾ, ਤੁਸੀਂ ਕਿਹਾ ਕਿ ਮਤਲਬ ਮੈਂ ਉਹਨੂੰ ਮਨਾ ਕਰ ਦਿੱਤਾ ਕਿ
ਤੂੰ ਅੱਜ ਤੋਂ ਬਾਅਦ ਫੋਨ ਨਾ ਕਰੀ। ਇਦਾਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੇ ਨਾਲ ਹੁੰਦਾ ਹੋਣਾ ਹੈ ਹਨਾ, ਘਰ ਦੇ ਨਹੀਂ ਸਮਝਦੇ। ਹੁਣ ਤੁਸੀਂ ਮੈਨੂੰ ਆਪਣਾ ਇੱਕ ਕਿੱਸਾ ਦੱਸਿਆ, ਹੁਣ ਮੈਂ ਤੁਹਾਨੂੰ ਆਪਣਾ ਇੱਕ ਕਿੱਸਾ ਸੁਣਾਉਂਦੀ ਹਾਂ। ਉਦੋਂ 7ਵੀਂ ਜਮਾਤ ਦੇ ਵਿੱਚ ਬੱਚੇ ਕੀ ਹੁੰਦੇ ਨੇ ਹਨਾ, ਤੁਹਾਨੂੰ ਵੀ ਪਤਾ ਕਿ ਉਮਰ ਬਹੁਤ ਛੋਟੀ ਹੁੰਦੀ ਹੈ। ਹੁਣ ਉਹ ਜਿਹੜਾ ਮੁੰਡਾ ਸੀ ਉਹ ਸਾਡੀ ਕਲਾਸ ਦੇ ਵਿੱਚ ਨਾ ਉਹਦੀ ਵੀ ਪੋਜੀਸ਼ਨ ਆਉਂਦੀ ਸੀ ਤੇ ਮੇਰੀ ਵੀ ਪੋਜੀਸ਼ਨ ਆਉਂਦੀ ਸੀ। ਜਿੱਦਾਂ ਉਹਨੇ ਸੈਕਿੰਡ ਆਉਣਾ, ਮੈਂ ਫਸਟ ਆਉਣਾ ਤੇ ਇੱਕ ਥਰਡ ਵਾਲਾ ਮੁੰਡਾ ਹੁੰਦਾ ਸੀਗਾ ਨਾ। ਅਸੀਂ ਤਿੰਨਾਂ ਜਣਿਆਂ ਦਾ ਸਾਡਾ ਬੌਂਡ ਬਹੁਤ ਵਧੀਆ ਸੀਗਾ, ਉਹ 2 ਮੁੰਡੇ ਤੇ ਮੈਂ ਇੱਕ ਇਕੱਲੀ ਕੁੜੀ ਹੈ ਨਾ। ਤੇ ਫਿਰ ਕੀ ਹੋਇਆ, ਮੈਂ ਇੱਕ ਵਾਰ ਬਿਮਾਰ ਹੋ ਗਈ ਸੀਗੀ ਤਾਂ ਫਿਰ ਉਸ ਤੋਂ ਬਾਅਦ ਮੈਂ ਥੋੜ੍ਹੇ ਦਿਨ ਸਕੂਲ ਨਹੀਂ ਜਾ ਪਾਈ। ਜਦੋਂ ਫਿਰ ਮੈਂ ਸਕੂਲ ਜਾਂਦੀ ਹਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਕਿ ਕਾਪੀਆਂ ਦੇ ਵਿੱਚ ਉਹ ਸਾਰੇ ਨੋਟਸ ਜਿਹੜੇ ਨੇ ਉਹ ਕਵਰ ਕਰਨੇ ਹੁੰਦੇ ਨੇ ਕਿਉਂਕਿ ਸਿਲੇਬਸ ਪਿੱਛੇ ਰਹਿ ਗਿਆ ਹੁੰਦਾ ਆ। ਤੇ ਉਹ ਕਰਨ ਦੇ ਲਈ ਨਾ ਤੇ ਮੈਂ ਨਾ ਉਹਨੂੰ ਉਤੋਂ ਨਾ ਕਾਪੀਆਂ ਸਾਰੀਆਂ ਲੈ ਗਈਆਂ ਕਿ ਮੈਨੂੰ ਆਪਣੀ ਕਾਪੀਆਂ ਦੇ ਦੇ, ਮੈਂ ਸਾਰੀਆਂ ਕਾਪੀਆਂ ਨਾ ਆਪਣੇ ਘਰ ਲੈ ਕੇ ਜਾਊਂਗੀ ਤੇ ਉੱਥੇ ਸਾਰੀ ਰਾਤ ਕੰਮ ਕਰ ਲੂੰਗੀ ਤੇ ਤੂੰ ਲੈ ਜੀ, ਠੀਕ ਹੈ। ਤੇ ਉਹਨੂੰ ਚੇਤੇ ਨਹੀਂ ਆਇਆ, ਉਹਨੇ ਗਲਤੀ ਦੇ ਨਾਲ ਕੋਈ ਉਹ ਦੂਜੀ ਬੁੱਕ ਵੀ ਜਿਹੜੀ ਸੀਗੀ ਉਹ ਦੇ ਦਿੱਤੀ ਜਿਸ ਦਾ ਅਗਲੇ ਦਿਨ ਸਾਡਾ ਟੈਸਟ ਸੀਗਾ। ਉਹਨੇ ਗਲਤੀ ਦੇ ਨਾਲ ਉਹ ਵੀ ਬੁੱਕ ਦੇ ਦਿੱਤੇ। ਉਹ ਰਾਤ ਨੂੰ ਮੇਰੇ ਘਰ ਆ ਗਿਆ, ਰਾਤ ਦੇ ਕੋਈ ਸਮਾਂ ਹੋਊਗਾ 9-10 ਵਜੇ ਦਾ। ਉਹ ਰਾਤ ਨੂੰ 9-10 ਵਜੇ ਮੇਰੇ ਘਰ ਆਉਂਦਾ ਆ ਤੇ ਮੈਨੂੰ ਥੱਲਿਓਂ ਆਵਾਜ਼ਾਂ ਮਾਰ ਰਿਹਾ ਸੀ। ਅਸੀਂ ਉੱਤੇ ਰਹਿੰਦੇ ਹੁੰਦੇ ਸੀ, ਸਾਡਾ ਉੱਤੇ ਕਮਰਾ ਹੁੰਦਾ ਸੀ ਕਿਉਂਕਿ ਤੁਹਾਨੂੰ ਪਤਾ ਤਾਏ ਚਾਚੇ ਪਹਿਲਾਂ ਇਕੱਠੇ ਰਹਿੰਦੇ ਹੁੰਦੇ ਸੀਗੇ ਹੈ ਨਾ, ਹੁਣ ਤਾਂ ਚਲੋ ਅਸੀਂ ਵੱਖਰੇ ਹੋ ਗਏ ਹਾਂ। ਤਾਂ ਉਦੋਂ ਮੈਨੂੰ ਥੱਲਿਓਂ ਆਵਾਜ਼ਾਂ ਮਾਰ ਰਿਹਾ ਸੀ। ਹੁਣ ਇੱਕ ਸਾਂਝੇ ਪਰਿਵਾਰ ਦੇ ਵਿੱਚ ਰਹਿਣਾ, ਤਾਂ ਉਹ ਮੇਰੇ ਤਾਏ ਦੇ ਮੁੰਡੇ ਹੁੰਦੇ ਸੀਗੇ ਤੇ ਉਹਨਾਂ ਨੇ ਨਾ, ਮੇਰੇ ਪਾਪਾ ਨੇ ਤਾਂ ਚਲੋ ਉਦੋਂ ਕੁਝ ਨਹੀਂ ਕਿਹਾ ਤੇ ਮੇਰੇ ਪਾਪਾ ਉਦੋਂ ਰੋਟੀ ਖਾ ਰਹੇ ਸੀ। ਮੇਰੇ ਤਾਏ ਦੇ ਮੁੰਡਿਆਂ ਨੇ ਨਾ ਮੈਨੂੰ ਵੀ ਨਹੀਂ ਕੁਝ ਕਿਹਾ ਕਿਉਂਕਿ ਮੈਂ ਛੋਟੀ ਸੀਗੀ। ਮੇਰੀ ਮੰਮੀ ਨੂੰ ਆ ਕੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਤਾਂ ਜੀ ਹੁਣ ਇੱਦਾਂ ਚੰਗਾ ਨਹੀਂ ਲੱਗਦਾ, ਕੁੜੀਆਂ ਵੱਡੀਆਂ ਹੋ ਰਹੀਆਂ ਨੇ ਤਾਂ ਇੱਦਾਂ ਮੁੰਡੇ ਘਰ ਨਾ ਆਉਣ ਤਾਂ ਚੰਗਾ ਲੱਗਦਾ ਆ ਹੈ ਨਾ, ਕੱਲ੍ਹ ਨੂੰ ਕੋਈ ਗੱਲਬਾਤ ਹੋ ਜੂਗੀ ਤਾਂ ਤੁਹਾਡੀ ਇੱਜ਼ਤ ਜਿਹੜੀ ਆ ਉਹ ਰੁੱਲ ਜਾਣੀ ਆ। ਇੱਦਾਂ ਕਹਿ ਕੇ ਉਹਨਾਂ ਨੇ ਇੱਦਾਂ ਕਹਿ ਦਿੱਤਾ। ਫਿਰ ਮੰਮੀ ਨੇ ਮੈਨੂੰ ਦੱਸਿਆ, ਫਿਰ ਮੈਂ ਮਨਾ ਕਰ ਦਿੱਤਾ ਉਹ ਆਪਣੇ ਸਕੂਲ ਦੇ ਵਿੱਚ ਜਾ ਕੇ ਨਾ ਕਿ ਮੇਰੇ ਘਰ ਨਾ ਆਇਆ ਕਰੋ ਵੀ। ਉਹ ਅਗਲੇ ਮੇਰੇ ਬਾਰੇ ਸੋਚ ਤਾਂ ਕੀ ਰਹੇ ਹੋਣੇ ਆ ਕਿ ਅਸੀਂ ਤਾਂ ਸਿਰਫ ਬੁੱਕ ਲੈਣੀ ਗਏ ਸੀਗੇ, ਅਸੀਂ ਤਾਂ ਸਾਡੇ ਦਿਮਾਗ ਦੇ ਵਿੱਚ ਕੁਛ ਇੱਦਾਂ ਦਾ ਸੀਗਾ ਹੀ ਨਹੀਂ ਹੈ ਨਾ। ਤੇ ਨਾ ਹੀ ਸਾਨੂੰ ਪਤਾ ਸੀ ਕਿ ਇੱਕ ਮੁੰਡੇ ਕੁੜੀ ਦਾ ਰਿਸ਼ਤਾ ਉਹ ਰਿਸ਼ਤਾ ਵੀ ਹੋ ਸਕਦਾ ਹੈ ਕਿਉਂਕਿ ਅਸੀਂ ਤਾਂ ਇੱਕ ਭੈਣ ਭਰਾ ਵਾਂਗ, ਦੋਸਤਾਂ ਵਾਂਗ, ਕਿਉਂਕਿ ਸਾਡੇ ਤੱਕ ਨਾ ਸਿਰਫ ਖੇਡ ਸੀਮਤ ਸੀ ਕਿ ਸਾਨੂੰ ਲਾਲਚ ਹੁੰਦਾ ਸੀ ਅਸੀਂ ਖੇਡਣਾ ਆ, ਕੰਮ ਖਤਮ ਕਰਕੇ ਅਸੀਂ ਖੋ-ਖੋ ਖੇਡਣੀ ਆ, ਅਸੀਂ ਬਾਹਰ ਗਲੀਚੇ ਖੇਡਣਾ ਆ, ਇਹ ਲਾਲਚ ਹੁੰਦਾ ਸੀ ਸਾਨੂੰ, ਹੋਰ ਕੋਈ ਲਾਲਚ ਨਹੀਂ ਸੀ ਹੁੰਦਾ। ਜੀ ਹਾਂ, ਇੱਦਾਂ ਦੇ ਕਈ ਕਿੱਸੇ ਜੋ ਸਾਡੇ ਨਾਲ ਹੋਏ ਨੇ ਉਹ ਸਾਡੇ ਦਰਸ਼ਕਾਂ ਦੇ ਵਿੱਚੋਂ ਵੀ ਕਈਆਂ ਦੇ ਨਾਲ ਜ਼ਰੂਰ ਹੋਏ ਹੋਣਗੇ। ਇਹ ਹੈ ਕਿ ਕਈ ਲੋਕ ਸਾਂਝੇ ਕਰ ਲੈਂਦੇ ਨੇ, ਕਈ ਲੋਕ ਆਪਣੇ ਤੱਕ ਹੀ ਰੱਖ ਲੈਂਦੇ ਨੇ। ਹੁਣ ਆਪਾਂ ਜੇ ਦੂਸਰੀ ਗੱਲ ਕਰੀਏ ਮੁੰਡਿਆਂ ਦੀ, ਤੇ ਜਿਸ ਤਰੀਕੇ ਕੁੜੀਆਂ ਦੇ ਨਾਲ ਕੋਆਪਰੇਟ ਕਰਕੇ ਸਹੀ ਤਰੀਕੇ ਦਾ ਵਿਵਹਾਰ ਕਰਕੇ ਉਹਨਾਂ ਦੇ ਨਾਲ ਰਹਿਣਾ ਚਾਹੀਦਾ, ਉਂਝ ਹੀ ਮੁੰਡਿਆਂ ਦੇ ਨਾਲ ਵੀ, ਕਿਉਂਕਿ ਸਿਰਫ ਇਹ ਨਹੀਂ ਹੈ ਕਿ ਕੁੜੀਆਂ ਦੇ ਵਿੱਚ ਹੀ ਬਦਲਾਵ ਆਉਂਦਾ ਹੈ, ਮੁੰਡਿਆਂ ਦੇ ਵਿੱਚ ਵੀ ਹੁੰਦਾ ਹੈ। ਕਈ ਵਾਰ ਮੁੰਡਿਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਪਣੀਆਂ ਕੁੜੀਆਂ ਹੋਣ ਚਾਹੇ ਮੁੰਡੇ ਹੋਣ, ਸਾਰਿਆਂ ਦੇ ਨਾਲ ਉਸ ਤਰੀਕੇ ਦੇ ਨਾਲ ਰਹੋ ਕਿ ਉਹ ਤੁਹਾਡੇ ਨਾਲ ਆ ਕੇ ਆਪਣੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਸਕਣ। ਹੁਣ ਜਿਵੇਂ ਗੱਲ ਕੀਤੀ ਜਾਵੇ ਕਿ ਕੋਐਡ ਸਕੂਲ ਦੇ ਵਿੱਚ ਮਾਪੇ ਬੱਚਿਆਂ ਨੂੰ ਲਗਾ ਤਾਂ ਦਿੰਦੇ ਨੇ, ਠੀਕ ਹੈ, ਪਰ ਕੋਐਡ ਸਕੂਲ ਦੇ ਵਿੱਚ ਲੱਗ ਕੇ ਜਦ ਬੱਚਿਆਂ ਦੇ ਜਿਹੜੀ ਥਿੰਕਿੰਗ ਹੁੰਦੀ ਹੈ, ਸੋਚ ਹੁੰਦੀ ਹੈ, ਉਹ ਬਦਲਣ ਲੱਗ ਜਾਂਦੀ ਹੈ, ਉਹ ਮਾਪਿਆਂ ਤੋਂ ਸਹਾਰ ਨਹੀਂ ਹੁੰਦੀ। ਮਾਪੇ ਕਹਿੰਦੇ ਨੇ ਕਿ ਤੂੰ ਜਿਹੜਾ ਹੈ ਉੱਥੇ ਜਾ ਕੇ ਬਿਲਕੁਲ ਬਦਲ ਗਈ ਹੈ ਜਾਂ ਬਦਲ ਗਿਆ ਹੈ ਹਨਾ, ਕਿ ਮੁੰਡੇ ਦਾ ਫੋਨ ਆ ਰਿਹਾ ਹੈ ਤੈਨੂੰ ਜਾਂ ਮੁੰਡੇ ਨੂੰ ਕੁੜੀ ਦਾ ਫੋਨ ਆ ਰਿਹਾ ਹੈ। ਬਿਲਕੁਲ, ਤੂੰ ਕੁੜੀਆਂ ਦੇ ਨਾਲ ਘੁੰਮਦਾ ਹੈ, ਠੀਕ ਹੈ। ਜਿਵੇਂ ਹੁਣ ਸਾਰੇ ਬੱਚੇ ਇਕੱਠੇ ਹੋ ਕੇ ਆਪਸ 'ਚ ਪਾਰਟੀ ਕਰ ਲੈਂਦੇ ਨੇ ਹਨਾ, ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਦੀ ਕੋਈ ਨਾ ਕੋਈ ਗੱਲਬਾਤ ਹੀ ਹੋਵੇ, ਕਈ ਵਾਰ ਸਿਰਫ ਦੋਸਤੀ ਤੱਕ ਦਾ ਵੀ ਰਿਸ਼ਤਾ ਹੁੰਦਾ ਹੈ। ਇਹ ਚੀਜ਼ ਜਿਹੜੀ ਆ ਉਹ ਸਮਝਣੀ ਜ਼ਰੂਰ ਚਾਹੀਦੀ ਹੈ। ਤੇ ਹੀ ਨਾ ਇਹ ਗੱਲ ਹੈ ਕਿ ਆਪਣੇ ਬੱਚਿਆਂ ਦੇ ਨਾਲ ਇਸ ਤਰੀਕੇ ਜਿਹੜਾ ਤੁਸੀਂ ਗੱਲਾਂ ਕਰਿਆ ਕਰੋ ਕਿ ਕੱਲ ਨੂੰ ਜੇ ਬੱਚਿਆਂ ਨੂੰ ਕੋਈ ਪਸੰਦ ਆ ਵੀ ਜਾਵੇ ਨਾ ਤੇ ਉਹ ਆਪਣੇ ਦੋਸਤਾਂ ਨੂੰ ਜਾਂ ਕਿਸੇ ਹੋਰ ਨੂੰ ਦੱਸਣ ਨਾਲੋਂ ਪਹਿਲਾਂ ਨਾ ਤੁਹਾਡੇ ਕੋਲ ਆ ਕੇ ਗੱਲ ਕਰਨ ਕਿ ਮੰਮੀ ਇੰਜ ਗੱਲ ਹੈ, ਡੈਡੀ ਇੰਜ ਗੱਲ ਹੈ, ਹੁਣ ਤੁਸੀਂ ਵੇਖ ਲਓ ਵੀ ਤੁਸੀਂ ਕੀ ਕਰਨਾ ਹੈ। ਬਿਲਕੁਲ, ਤੁਸੀਂ ਬਿਲਕੁਲ ਸਹੀ ਕਿ ਇਸ ਗੱਲ ਨੂੰ ਆਪਾਂ ਇਸ ਤਰੀਕੇ ਸਹੀ ਕਰ ਸਕਦੇ ਹਾਂ ਕਿ ਹਾਂ, ਤੁਸੀਂ ਜਿੱਦਾਂ ਆਪਣੇ ਬੱਚਿਆਂ ਦੇ ਦੋਸਤ ਬਣ ਰਹੇ ਹੋ ਨਾ, ਤਾਂ ਤੁਸੀਂ ਉਹਨਾਂ ਦੇ ਦੋਸਤ ਬਣਨ ਦੇ ਨਾਲੋਂ ਨਾਲ ਆਪਣੇ ਬੱਚਿਆਂ ਦੇ ਦੋਸਤਾਂ ਦੇ ਵੀ ਦੋਸਤ ਬਣੋ, ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰੋ ਕਿ ਉਹ ਕਿਹੜੇ ਪਰਿਵਾਰ ਤੋਂ ਸੰਬੰਧਿਤ ਨੇ, ਕਿਹੜੇ ਕਿੱਥੋਂ ਆ ਰਹੇ ਨੇ, ਕੀ ਕਰਦੇ ਨੇ ਉਹਨਾਂ ਦੇ ਮਾਪੇ। ਤੁਹਾਨੂੰ ਇਹਦੇ ਨਾਲ ਨਾ ਇੱਕ ਅੰਦਾਜ਼ਾ ਜਿਹਾ ਲੱਗ ਜਾਂਦਾ ਹੈ ਕਿ ਹਾਂ ਸਾਡਾ ਬੱਚਾ ਕਿਸੇ ਗਲਤ ਸੁਸਾਇਟੀ ਦੇ ਵਿੱਚ ਨਹੀਂ ਹੈਗਾ ਹਨਾ, ਤੇ ਅਸੀਂ ਇਸ ਤਰੀਕੇ ਆਪਣੇ ਬੱਚਿਆਂ ਨੂੰ, ਮੁੰਡਾ ਹੋਵੇ ਭਾਵੇਂ ਕੁੜੀ ਹੋਵੇ, ਅਸੀਂ ਪ੍ਰੋਟੈਕਟ ਕਰ ਸਕਦੇ ਹਾਂ। ਹੁਣ ਅਸੀਂ ਆਪਣੇ ਘਰਦਿਆਂ ਦੀ ਗੱਲ ਕਰੀਏ ਤੇ ਤੁਹਾਡੇ ਘਰ ਦੇ ਮੈਨੂੰ ਜਾਣਦੇ ਨੇ, ਮੇਰੇ ਘਰ ਦੇ ਤੁਹਾਨੂੰ ਜਾਣਦੇ ਨੇ ਹਨਾ। ਹੁਣ ਉਹਨਾਂ ਨੂੰ ਪਤਾ ਹੈ ਕਿ ਇਹ ਦੋਨੋਂ ਆਪਸ ਦੇ ਵਿੱਚ ਸਹੇਲੀਆਂ ਨੇ, ਠੀਕ ਆ, ਘੁੰਮਣ ਫਿਰਨ ਜਾਂਦੀਆਂ ਨੇ। ਜੇ ਇੱਕ ਦੂਸਰੇ ਦੇ ਨਾਲ ਅਸੀਂ ਹੋਈਏ ਉਹਨਾਂ ਨੂੰ ਬਿਲਕੁਲ ਕੋਈ ਟੈਨਸ਼ਨ ਨਹੀਂ ਹੁੰਦੀ, ਉਹਨਾਂ ਨੂੰ ਪਤਾ ਹੈ ਵੀ ਇਹ ਘੁੰਮਣ ਗਈਆਂ ਨੇ, ਇਹਨਾਂ ਨੇ ਘਰ ਆ ਜਾਣਾ ਇਸ ਸਮੇਂ ਤੇ, ਠੀਕ ਆ। ਪਰ ਕਈ ਮਾਪੇ ਜਿਹੇ ਹੁੰਦੇ ਨੇ ਕਿ ਕੁੜੀਆਂ ਦੇ ਨਾਲ ਵੀ ਘੁੰਮਣ ਚਲ ਜਾਣ ਨਾ ਉਹਨਾਂ ਦੀ ਕੁੜੀ, ਤੇ ਉਹ ਨਾ ਬਵਾਲ ਖੜਾ ਕਰ ਦਿੰਦੇ ਨੇ ਵੀ ਤੂੰ ਕਿੱਥੇ ਸੀ। ਤਾਂ ਮੈਂ ਤੁਹਾਨੂੰ ਨਾ ਇੱਕ ਕਿੱਸਾ ਹੋਰ ਦੱਸਦੀ ਹਾਂ। ਜਦੋਂ ਆਪਾਂ ਕਾਲਜ ਦੇ ਵਿੱਚ ਨਹੀਂ ਪੜ੍ਹਿਆ ਕਰਦੇ ਸੀ ਤੇ ਇੱਕ ਵਾਰ ਆਪਣੀ ਨਾ ਫਰੈਂਡ ਦਾ
ਬਰਥਡੇ ਸੀਗਾ, ਤੁਹਾਨੂੰ ਪਤਾ ਨਹੀਂ ਯਾਦ ਹੋਣਾ ਕਿ ਨਹੀਂ ਹੋਣਾ, ਸਾਡੀ ਨਾ ਫਰੈਂਡ ਦਾ ਬਰਥਡੇ ਸੀ ਤੇ ਮੈਂ ਨਾ ਉਸ ਦਿਨ ਲੇਟ ਘਰੇ ਗਈ ਸੀਗੀ, 5 5:30 ਹੋ ਗਏ ਸੀ ਮੈਨੂੰ ਘਰ ਜਾਂਦੇ ਨੂੰ। ਤੇ ਪਾਪਾ ਮੈਨੂੰ ਕਹਿੰਦੇ ਵੀ ਤੂੰ ਲੇਟ ਕਿਉਂ ਹੋਈ? ਉਸ ਟਾਈਮ ਨਾ ਸਾਡੇ ਐਗਜ਼ਾਮ ਵੀ ਚੱਲਦੇ ਸੀਗੇ ਤੇ 2:30 ਵਜੇ ਸ਼ਾਇਦ ਆਪਣਾ ਐਗਜ਼ਾਮ ਖਤਮ ਹੁੰਦਾ ਸੀ। ਤੇ ਪਾਪਾ ਕਹਿੰਦੇ ਵੀ ਲੇਟ ਕਿਉਂ ਆਈ? ਮੈਂ ਨਾ ਪਾਪਾ ਤੋਂ ਡਰਦੀ ਬਹੁਤ ਸੀ, ਮੈਂ ਨਾ ਪਾਪਾ ਨੂੰ ਕਹਿਤਾ ਸਾਡੀ ਐਕਸਟਰਾ ਕਲਾਸ ਸੀ। ਠੀਕ ਆ, ਪਾਪਾ ਮੈਨੂੰ ਕਹਿੰਦੇ ਕੋਈ ਨਾ, ਮੈਂ ਨਾ ਤੇਰੇ ਕਾਲਜ ਜਾ ਕੇ ਪੁੱਛੂੰਗਾ। ਠੀਕ ਹੈ, ਇੱਕ ਨਾ ਮੈਨੂੰ ਡਰ ਲੱਗੇ ਵੀ ਮੈਂ ਤਾਂ ਝੂਠ ਬੋਲਤਾ, ਅਸੀਂ ਤਾਂ ਪਾਰਟੀ ਕਰਨ ਗਏ ਸੀਗੇ, ਕੋਈ ਗਲਤ ਕੰਮ ਵੀ ਨਹੀਂ ਕੀਤਾ, ਫਿਰ ਵੀ ਦੇਖੋ ਡਰ ਲੱਗਦਾ ਸੀ, ਪਾਪਾ ਨੂੰ ਝੂਠ ਬੋਲ ਦਿੱਤਾ। ਠੀਕ ਆ, ਫਿਰ 2 ਨਾ ਛੁੱਟੀਆਂ ਆ ਗਈਆਂ ਸਾਨੂੰ ਵਿੱਚ, ਸੈਟਰਡੇ ਸੰਡੇ ਦੀ। ਮੰਡੇ ਨੂੰ ਨਾ ਮੈਨੂੰ ਨਾ ਇਹ ਲੱਗਾ ਵੀ ਪਾਪਾ ਨਾ 2 ਦਿਨਾਂ 'ਚ ਭੁੱਲ ਗਏ ਹੋਣੇ ਆ। ਜਦੋਂ ਮੰਡੇ ਆਇਆ ਨਾ ਪਾਪਾ ਮੇਰੇ ਨਾਲ ਆ ਗਏ, ਪਾਪਾ ਕਹਿੰਦੇ ਵੀ ਮੈਂ ਹੁਣ ਕਾਲਜ ਪੁੱਛ ਕੇ ਆਉਣਾ। ਮੈਂ ਸਾਰੇ ਰਸਤੇ ਡਰਦੀ ਪਾਪਾ ਦੇ ਨਾਲ ਆਈ। ਪਾਪਾ ਨੇ ਨਾ ਅੱਧ ਵਿੱਚ ਘਰ ਆ ਕੇ ਮੇਰੇ ਤੋਂ ਪੁੱਛਿਆ ਵੀ ਦੱਸ ਤੂੰ 5:30 ਕਿਉਂ ਆਈ ਸੀ? ਮੈਂ ਨਾ ਉਹਨਾਂ ਨੂੰ ਕਿਹਾ, ਮੈਂ ਨਾ ਰੋ ਕੇ ਬੋਲਣ ਲੱਗ ਗਈ ਵੀ ਮੇਰੀ ਨਾ ਫਰੈਂਡ ਦਾ ਬਰਥਡੇ ਸੀ। ਪਾਪਾ ਨਾ ਮੈਨੂੰ ਉਸ ਟਾਈਮ ਕਹਿੰਦੇ ਤਾਂ ਫੇਰ ਤੂੰ ਮੈਨੂੰ ਸਿੱਧਾ ਦੱਸ ਦਿੰਦੀ, ਮੈਂ ਕਿਹੜਾ ਤੈਨੂੰ ਕੁਝ ਕਹਿਣਾ ਸੀਗਾ, ਹਨਾ, ਤੂੰ ਝੂਠ ਕਾਤੇ ਬੋਲਿਆ? ਵੀ ਗੱਲ ਉੱਥੇ ਹੀ ਆਉਂਦੀ ਹੈ, ਜੇ ਤੁਸੀਂ ਮੇਰੇ ਨਾਲ ਪਹਿਲਾਂ ਹੀ ਪਿਆਰ ਨਾਲ ਰਹਿ ਲੈਂਦੇ, ਮੇਰੇ ਨਾਲ ਗੱਲਾਂ ਕਰ ਲੈਂਦੇ ਤਾਂ ਮੈਂ ਕਦੀ ਤੁਹਾਨੂੰ ਝੂਠ ਬੋਲਦੀ ਨਾ। ਬਿਲਕੁਲ, ਗੱਲ ਪਿਆਰ ਦੀ ਆ। ਜੇਕਰ ਤੁਸੀਂ ਡਰਾਉਂਦੇ ਰਹੋਗੇ, ਬੱਚਾ ਤੁਹਾਡੇ ਨਾਲ ਕਦੇ ਵੀ ਖੁੱਲ ਕੇ ਕੋਈ ਵੀ ਗੱਲ ਨਹੀਂ ਕਰ ਸਕਦਾ, ਭਾਵੇਂ ਉਹਨੂੰ ਮਾਨਸਿਕ ਤੌਰ ਤੇ ਕੋਈ ਪਰੇਸ਼ਾਨੀ ਆ ਰਹੀ ਹੈ, ਭਾਵੇਂ ਉਹਨੂੰ ਸਰੀਰਕ ਤੌਰ ਤੇ ਕੋਈ ਪਰੇਸ਼ਾਨੀ ਆ ਰਹੀ ਹੈ। ਕਿਉਂਕਿ ਹੁਣ ਕੁੜੀਆਂ ਦੇ ਸਰੀਰਕ ਤੌਰ ਤੇ ਬਹੁਤ ਜ਼ਿਆਦਾ ਕੁੜੀਆਂ ਦੇ ਵਿੱਚ ਬਦਲਾਅ ਆਉਂਦੇ ਨੇ। ਕੁੜੀਆਂ ਨੂੰ ਗੱਲਾਂ ਕਰਨ ਦੇ ਲਈ ਜਾਂ ਸਮਝਣ ਦੇ ਲਈ ਕੋਈ ਨਾ ਕੋਈ ਜ਼ਰੂਰ ਚਾਹੀਦਾ ਹੁੰਦਾ, ਤੇ ਮੈਨੂੰ ਲੱਗਦਾ ਇੱਕ ਮਾਂ ਦੇ ਨਾਲੋਂ ਚੰਗਾ ਦੋਸਤ ਕੁੜੀ ਦਾ ਕੋਈ ਹੋ ਹੀ ਨਹੀਂ ਸਕਦਾ, ਜਾਂ ਇੱਕ ਵੱਡੀ ਭੈਣ ਨਾਲੋਂ ਚੰਗਾ ਕੋਈ ਦੋਸਤ ਹੋ ਹੀ ਨਹੀਂ ਸਕਦਾ। ਹੁਣ ਮੇਰੀ ਵੱਡੀ ਭੈਣ ਹੈਗੀ ਹੈ, ਠੀਕ ਹੈ, ਉਹ ਮੈਨੂੰ ਹਰ ਇੱਕ ਤੌਰ ਤੇ ਮੈਨੂੰ ਸਮਝਾਉਂਦੀ ਹੈ ਕਿ ਨਹੀਂ ਇੱਦਾਂ ਨਹੀਂ, ਇੱਦਾਂ। ਜੇ ਮੈਂ ਕੁਝ ਗਲਤ ਕਰ ਰਹੀ ਹੋਵਾਂ ਉਹਨੇ ਮੈਨੂੰ ਉਦੋਂ ਵੀ ਸਮਝਾਉਣਾ ਆ, ਜੇ ਮੈਂ ਕੁਝ ਚੰਗਾ ਕਰ ਰਹੀ ਹੋਵਾਂ ਉਹਨੇ ਮੈਨੂੰ ਮੋਟੀਵੇਟ ਕਰਨਾ ਆ। ਉਹ ਹਮੇਸ਼ਾ ਮਤਲਬ ਮੇਰੇ ਕਾਲਜ ਲਾਈਫ ਤੋਂ ਨਾ ਉਹਨੇ ਮੈਨੂੰ ਪ੍ਰੋਟੈਕਟ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਹਾਂ ਜੇ ਤੈਨੂੰ ਕੋਈ ਪਸੰਦ ਵੀ ਆਉਂਦਾ ਹੈ ਨਾ ਤੂੰ ਮੈਨੂੰ ਆ ਕੇ ਦੱਸਣਾ ਹੈ, ਮੈਂ ਘਰੇ ਗੱਲ ਕਰੂੰਗੀ। ਤੇ ਉਹ ਹਮੇਸ਼ਾ ਮੈਨੂੰ ਮੋਟੀਵੇਟ ਕਰਦੀ ਹੈ, ਉਹ ਹਮੇਸ਼ਾ ਮੇਰਾ ਸਾਥ ਦਿੰਦੀ ਹੈ ਕਿ ਨਹੀਂ ਤੂੰ ਜੋ ਕਰ ਰਹੀ ਆ ਬਸ ਇੱਕ ਚੰਗੀ ਨੀਤ ਨਾਲ ਕਰੀ ਤੇ ਕੁਝ ਵੀ ਗਲਤ ਨਹੀਂ ਕਰਨਾ। ਉਹਨੇ ਮੈਨੂੰ ਇਹ ਸਮਝਾਇਆ ਹੋਇਆ ਤੇ ਕੁਝ ਵੀ ਹੁੰਦਾ ਤੂੰ ਮੇਰੇ ਨਾਲ ਆ ਕੇ ਸ਼ੇਅਰ ਕਰ ਸਕਦੀ ਆ, ਡਰਨਾ ਨਹੀਂ ਹੈਗਾ। ਤਾਂ ਇੱਕ ਵੱਡੀ ਭੈਣ ਦਾ ਹੋਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੁੰਦਾ ਆ। ਘਰ ਦੇ ਵਿੱਚ ਇੱਕ ਕੁੜੀ ਵੱਡੀ ਹੁੰਦੀ ਆ ਨਾ ਤਾਂ ਤੁਹਾਡੇ ਸਾਰੇ ਭੈਣ ਭਰਾਵਾਂ ਨੂੰ ਉਹ ਸਾਂਭ ਲੈਂਦੀ ਹੈ, ਹਨਾ, ਉਹਨਾਂ ਨੂੰ ਸਮਝਾਉਂਦੀ ਹੈ ਜੋ ਕੁਝ ਉਹਨੇ ਆਪਣੇ ਉੱਤੇ ਲਿਆ ਹੁੰਦਾ ਹੈ, ਜਾਂ ਉਹਨੂੰ ਹੁੰਦਾ ਹੈ ਕਿ ਜੋ ਚੀਜ਼ਾਂ ਮੈਂ ਮਹਿਸੂਸ ਕੀਤੀਆਂ ਆ ਉਹ ਦੂਜੀ ਮੇਰੀ ਭੈਣ ਨਾ ਮਹਿਸੂਸ ਕਰੇ, ਹਨਾ। ਉਹ ਇਸੇ ਕਰਕੇ ਸਾਰੀਆਂ ਗੱਲਾਂ ਸ਼ੁਰੂ ਤੋਂ ਮੇਰੇ ਨਾਲ ਕਰਦੀ ਹੈ, ਹਨਾ, ਮੈਂ ਉਹਦੇ ਨਾਲ ਕਰਦੀ ਹਾਂ। ਭਾਵੇਂ ਉਹ ਮੈਨੂੰ ਆਪਣੀ ਕੋਈ ਸਮੱਸਿਆ ਨਹੀਂ ਦੱਸਦੀ ਕਿ ਇਹਨੂੰ ਇਹ ਟੈਨਸ਼ਨ ਨਾ ਲਵੇ, ਪਰ ਮੈਂ ਉਹਨੂੰ ਆਪਣੀ ਸਾਰੀ ਸਮੱਸਿਆਵਾਂ ਦੱਸ ਦਿੰਦੀ ਹਾਂ ਤੇ ਟੈਨਸ਼ਨ ਫ੍ਰੀ ਹੋ ਜਾਂਦੀ ਹਾਂ। ਤਾਂ ਇਹ ਹੁੰਦਾ ਹੈ ਇੱਕ ਵੱਡੀ ਭੈਣ ਦਾ ਰੋਲ, ਇੱਕ ਮਾਂ ਦਾ ਰੋਲ ਕਿ ਹਾਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਕਿੱਦਾਂ ਦੀਆਂ ਗੱਲਾਂ ਕਰੋ, ਹਨਾ। ਹਾਂ, ਤਾਂ ਹੀ ਨਾ ਜਿੱਥੇ ਮਾਂ ਦੀ ਤੇ ਵੱਡੀ ਭੈਣ ਦੀ ਆਪਾਂ ਗੱਲ ਕੀਤੀ, ਉੱਥੇ ਮੈਂ ਨਾ ਇਹ ਗੱਲ ਵੀ ਕਰਨਾ ਚਾਹਾਂਗੀ ਕਿ ਕਈ ਵਾਰ ਨਾ ਕੋਈ ਬੱਚਾ ਆਪਣੀ ਮਾਂ ਨੂੰ ਆ ਕੇ ਕੋਈ ਚੀਜ਼ ਦੱਸਦਾ ਨਾ, ਉਹ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰ ਲੈਂਦੀ ਹੈ। ਮਤਲਬ ਮੰਨ ਲਓ ਵੀ ਸਾਡੀਆਂ ਮਾਸੀਆਂ ਦੇ ਨਾਲ ਕਿ ਇੱਦਾਂ ਉਹਨੇ ਮੇਰੇ ਨਾਲ ਗੱਲ ਕੀਤੀ ਵੀ ਹੁਣ ਮੈਂ ਉਹਨੂੰ ਕਿੰਝ ਸਮਝਾਵਾਂ, ਹਨਾ। ਪਰ ਮੈਂ ਇੱਥੇ ਇਹ ਚੀਜ਼ ਕਹਿਣਾ ਚਾਹੂੰਗੀ ਕਿ ਮਾਂ ਨਾ ਉਹ ਗੱਲ ਆਪਣੇ ਰਿਸ਼ਤੇਦਾਰਾਂ ਨਾਲ ਕਰਨ ਨਾਲੋਂ ਚੰਗਾ ਹੈ ਕਿ ਆਪਣੀ ਧੀ ਦੇ ਨਾਲ ਬੈਠ ਕੇ ਹੀ ਕਰ ਲਵੇ। ਕਿਉਂਕਿ ਜੋ ਮਰਜ਼ੀ ਕਹੋ, ਰਿਸ਼ਤੇਦਾਰ ਹੀ ਕਹੇ ਜਾਣਗੇ, ਠੀਕ ਆ। ਉਹਨਾਂ ਨੇ ਸਾਨੂੰ ਉਸ ਤਰੀਕੇ ਦਾ ਪਿਆਰ ਨਹੀਂ ਕਰ ਲੈਣਾ ਜਿਸ ਤਰੀਕੇ ਦਾ ਪਿਆਰ ਸਾਨੂੰ ਮਾਪਿਓ ਕਰਦੇ ਨੇ। ਕਿਤੇ ਨਾ ਕਿਤੇ ਕਦੀ ਨਾ ਕਦੀ ਹੀ ਨਾ ਸਮਾਂ ਜ਼ਰੂਰ ਆਊਗਾ ਕਿ ਜਦ ਉਸ ਗੱਲ ਦਾ ਬਵਾਲ ਮਚਾਇਆ ਜਾਊਗਾ, ਉਸ ਗੱਲ ਤੇ ਤੁਹਾਨੂੰ ਜਿਹੜਾ ਹੈ ਤੁਹਾਡੇ ਤੇ ਟਿੱਪਣੀਆਂ ਕੀਤੀਆਂ ਜਾਣਗੀਆਂ, ਠੀਕ ਆ। ਕੋਈ ਨਾ ਕੋਈ ਟਾਈਮ ਇੱਦਾਂ ਦਾ ਜ਼ਰੂਰ ਸਾਹਮਣੇ ਆ ਹੀ ਜਾਂਦਾ। ਤੇ ਇੱਥੇ ਗੱਲ ਉਹੀ ਆਉਂਦੀ ਹੈ ਕਿ ਤੁਸੀਂ ਬੱਚੇ ਦੇ ਨਾਲ ਆਪ ਗੱਲ ਕਰੋ। ਜੇ ਮਾਂ ਨਹੀਂ ਗੱਲ ਕਰ ਸਕਦੀ ਤੇ ਉਹ ਆਪਣੀ ਵੱਡੀ ਭੈਣ ਦੇ ਨਾਲ ਗੱਲ ਕਰ ਲਵੇ, ਹਾਂ, ਪਰ ਉਹ ਰਿਸ਼ਤੇਦਾਰਾਂ ਵੱਲ ਨੂੰ ਨਾ ਜਾਵੇ, ਕਿਉਂਕਿ ਕੱਲ ਨੂੰ ਇਹ ਗੱਲ ਹੋ ਜਾਣੀ ਆ ਵੀ ਰਿਸ਼ਤੇਦਾਰਾਂ ਕੋਲ ਤੁਹਾਡੀਆਂ ਜੋ ਗੱਲਾਂ ਪਹੁੰਚੀਆਂ ਨਾ ਉਹ ਹਵਾ ਦੇ ਵਿੱਚ ਉੱਡਦੀਆਂ ਬਹੁਤ ਜ਼ਿਆਦਾ ਉੱਡਣ ਲੱਗ ਜਾਂਦੀਆਂ ਨੇ। ਕਈ ਵਾਰ ਤਾਂ ਨਾ ਪੱਲਿਓਂ ਵੀ ਗੱਲਾਂ ਪਾ ਲਿੱਤੀਆਂ ਜਾਂਦੀਆਂ ਨੇ। ਬਿਲਕੁਲ ਨੇਹਾ, ਇਸੇ ਕਰਕੇ ਬੱਚੇ ਜਿਹੜੇ ਨੇ ਨਾ ਅੱਜ ਡਰਦੇ ਨੇ ਆਪਣੇ ਮਾਪਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ, ਕਿਉਂਕਿ ਇੱਕ ਉਹ ਪੁਰਾਣਾ ਸਮਾਂ ਸੀਗਾ, ਉਦੋਂ ਵੀ ਬੱਚੇ ਡਰਦੇ ਸੀਗੇ, ਹਨਾ। ਘਰੇ ਕਿਸੇ ਦਾ ਗਲਤੀ ਨਾਲ ਹੀ ਕਿਸੇ ਦਾ ਫੋਨ ਆ ਜਾਣਾ ਤਾਂ ਕੁੜੀ ਨੇ ਡਰ ਜਾਣਾ, ਖਰੇ ਮੈਨੂੰ ਕਹਿਣਗੇ ਕਿ ਹੁਣ ਤੇਰੇ ਲਈ ਆਇਆ ਹੋਣਾ ਆ ਫੋਨ, ਹਨਾ। ਤਾਂ ਉਹ ਚੀਜ਼ ਬੜੀ ਹੁੰਦੀ ਆ ਕਿ ਮਾਪਿਆਂ ਨੇ ਨਾ ਇਹ ਵੀ ਨਹੀਂ ਦੇਖਣਾ ਕਿ ਜੇ ਅੱਗੇ ਕੋਈ ਬੋਲਿਆ ਨਹੀਂ ਨਾ ਤੇ ਟੈਕਨੀਕਲ ਇਸ਼ੂ ਆ ਸਕਦਾ ਹੈ, ਹਨਾ। ਨੈਟਵਰਕ ਪ੍ਰੋਬਲਮ ਹੋ ਜਾਂਦੀ ਹੈ ਅੱਜ ਦੇ ਟਾਈਮ 'ਚ, ਕਿੰਨੀ ਹੁੰਦੀ। ਸਾਡੇ ਤਾਂ ਨਾ ਪਿਛਲੇ ਕਮਰੇ ਤੱਕ ਟਾਵਰ ਨਹੀਂ ਆਉਂਦੇ, ਠੀਕ ਹੈ, ਨੈਟਵਰਕ ਹੁੰਦਾ ਨਹੀਂ ਆ ਤਾਂ ਸਾਨੂੰ ਆਵਾਜ਼ ਨਹੀਂ ਆਉਂਦੀ, ਸਾਨੂੰ ਕੋਠੇ ਤੇ ਜਾ ਕੇ ਗੱਲ ਕਰਨੀ ਪੈਂਦੀ ਹੈ। ਤੇ ਮੰਨ ਲਓ ਉਸ ਟਾਈਮ ਵੀ ਜੇ ਇਹੀ ਨੈਟਵਰਕ ਇਸ਼ੂ ਹੋਇਆ ਹੋਵੇ, ਕੋਈ
ਟੈਕਨੀਕਲ ਪ੍ਰੋਬਲਮ ਆਈ ਹੋਵੇ ਤਾਂ ਤੁਸੀਂ ਆਪਣੇ ਬੱਚੇ ਨੂੰ ਬੋਲੀ ਜਾ ਰਹੇ ਹੋ ਕਿ ਤੇਰੇ ਲਈ ਫੋਨ ਆਇਆ ਹੋਣਾ, ਸਾਡੀ ਆਵਾਜ਼ ਸੁਣ ਕੇ ਜੀ ਉਹਨੇ ਫੋਨ ਹੀ ਕੱਟ ਦਿੱਤਾ। ਬਿਲਕੁਲ ਬਿਲਕੁਲ ਇਹੀ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਨਾ ਤਾਂ ਬੱਚਾ, ਉਹ ਕੁੜੀ ਵਿਚਾਰੀ ਜਿਹੜੀ ਹੈ ਉਹ ਡਰ ਜਾਂਦੀ ਹੈ। ਉਹਨੂੰ ਫਿਰ ਜੇ ਕੋਈ ਪਸੰਦ ਵੀ ਆਇਆ ਹੁੰਦਾ ਆ ਬਾਹਰ, ਹੈ ਨਾ, ਕੋਈ ਮੁੰਡੇ ਨਾਲ ਉਹਦੀ ਗੱਲਬਾਤ ਹੁੰਦੀ ਵੀ ਹੋਊਗੀ, ਭਾਵੇਂ ਉਹ ਮੁੰਡਾ ਚੰਗਾ ਵੀ ਹੁੰਦਾ ਹੋਊਗਾ, ਉਹਨੂੰ ਮੁੰਡੇ ਨੂੰ ਵਿਚਾਰੇ ਨੂੰ ਫੇਰ ਗਲਤ ਬਣਾ ਦੇਣਾ ਆ ਕਿ ਨਹੀਂ ਜੀ ਤੂੰ ਬੱਚੀ ਆ, ਤੈਨੂੰ ਕੀ ਪਤਾ, ਤੂੰ ਤਾਂ ਨਿਆਣੀ ਆ, ਤੈਨੂੰ ਕੀ ਪਤਾ ਕਿ ਹੈ ਨਾ ਕੌਣ ਸਹੀ ਆ ਕੌਣ ਗਲਤ ਆ। ਹਾਂ, ਇੱਥੇ ਮਾਪੇ ਸਹੀ ਵੀ ਹੁੰਦੇ ਆ, ਬਹੁਤ ਸਾਰੇ ਮਾਪੇ ਸਹੀ ਵੀ ਹੁੰਦੇ ਆ, ਪਰ ਤੁਸੀਂ ਉਹਨਾਂ ਨੂੰ ਪਰਖ ਸਕਦੇ ਹੋ, ਹੈ ਨਾ, ਮੁੰਡੇ ਦੇ ਘਰ ਜਾ ਸਕਦੇ ਹੋ, ਮੁੰਡੇ ਦੇ ਘਰ ਵਾਲਿਆਂ ਨਾਲ ਗੱਲ ਕਰ ਸਕਦੇ ਹੋ। ਤੇ ਮੈਨੂੰ ਲੱਗਦਾ ਕਿ ਬਾਹਰੋਂ ਤੁਹਾਡੇ ਮਾਪਿਆਂ ਨੂੰ ਕੋਈ ਦੱਸੇ ਤਾਂ ਤੁਸੀਂ ਆਪ ਹੀ ਆਪਣੇ ਮਾਪਿਆਂ ਦੇ ਨਾਲ ਉਹ ਸਾਰੀਆਂ ਗੱਲਾਂ ਬਾਤਾਂ ਕਰ ਲਓ, ਤਾਂ ਜੋ ਤੁਹਾਨੂੰ ਬਾਹਰੋਂ ਜਿਹੜੇ ਮਾਪੇ ਬਾਹਰਲੇ ਲੋਕ ਹੁੰਦੇ ਨੇ ਉਹ ਨਾ ਦੱਸਣ ਤੁਹਾਡੇ ਮਾਪਿਆਂ ਜੀ ਨੂੰ ਆ ਕੇ। ਬਿਲਕੁਲ, ਇਹ ਗੱਲ ਤਾਂ ਤੁਸੀਂ ਸਹੀ ਕਹੀ ਹੈ ਕਿ ਜਿੱਦਾਂ ਕੁੜੀਆਂ ਡਰ ਜਾਂਦੀਆਂ ਨੇ ਤੇ ਉਹ ਆਪਣੇ ਘਰਦਿਆਂ ਨਾਲ ਨਾ ਗੱਲ ਕਰਨ ਤੋਂ ਝਿਜਕਦੀਆਂ ਵੀ ਨੇ ਵੀ ਹੁਣ ਮੈਂ ਦੱਸਾਂ ਕਿੱਦਾਂ, ਫਿਰ ਉਹ ਗਲਤ ਸਟੈਪ ਵੀ ਚੱਕ ਲੈਂਦੀਆਂ, ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਭੱਜ ਕੇ ਵਿਆਹ ਕਰਾ ਲਿਆ। ਠੀਕ ਆ, ਜੇ ਘਰ ਦਾ ਮਾਹੌਲ ਉਸ ਤਰੀਕੇ ਦਾ ਹੋਵੇ, ਮਾਪਿਆਂ ਨੇ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਇੱਕ ਵਧੀਆ ਦੋਸਤੀ ਵਾਲਾ ਰਿਸ਼ਤਾ ਰੱਖਿਆ ਹੋਵੇ ਤੇ ਬੱਚੇ ਨੂੰ ਕੋਈ ਪਸੰਦ ਆ ਜਾਵੇ, ਉਹ ਖੁਦ ਹੀ ਆ ਕੇ ਦੱਸ ਦੂਗਾ ਘਰੇ। ਠੀਕ ਆ, ਨਾ ਤੁਹਾਨੂੰ ਬਾਹਰੋਂ ਪਤਾ ਲੱਗੂਗਾ, ਨਾ ਉਹਨੂੰ ਤੁਹਾਡੇ ਤੋਂ ਲੁਕਾਉਣ ਦੀ ਜ਼ਰੂਰਤ ਪਊਗੀ। ਇਹ ਆ ਵੀ ਤੁਸੀਂ ਉਸ ਟਾਈਮ ਜਿਹੜਾ ਹੁੰਦਾ ਆ ਵੀ ਲੜਕੇ ਦੇ ਬਾਰੇ ਜੇ ਤੁਹਾਨੂੰ ਆਪਣੀ ਧੀ ਨੇ ਦੱਸਿਆ ਹੈ ਤੇ ਤੁਸੀਂ ਲੜਕੇ ਨੂੰ ਪਰਖੋ। ਠੀਕ ਹੈ, ਇਹ ਵੀ ਨਹੀਂ ਹੈ ਕਿ ਉਹਨੂੰ ਤੁਸੀਂ ਬੋਲਣ ਲੱਗ ਜਾਓ ਜਾਂ ਗਲਤ ਕਹਿਣ ਲੱਗ ਜਾਓ, ਕਿਉਂਕਿ ਕੁੜੀਆਂ ਫਿਰ ਵੀ ਗਲਤ ਸਟੈਪ ਚੱਕ ਲੈਂਦੀਆਂ ਨੇ। ਠੀਕ ਹੈ, ਕੁੜੀਆਂ ਜਾਂ ਮੁੰਡੇ ਕੋਈ ਵੀ ਹੈ ਗਲਤ ਸਟੈਪ ਚੱਕ ਸਕਦੇ ਨੇ। ਇੱਕ ਵਾਰ ਤੁਸੀਂ ਆਪ ਲੜਕੇ ਨੂੰ ਮਿਲੋ, ਜਾਂਚੋ ਪਰਖੋ, ਜੇ ਤੁਹਾਨੂੰ ਕੋਈ ਕਮੀ ਲੱਗ ਰਹੀ ਹੈ ਆਪਣੀ ਬੱਚੀ ਨੂੰ ਦੱਸੋ ਕਿ ਜੀ ਇਦਾਂ ਇਦਾਂ ਗੱਲ ਸੀ। ਠੀਕ ਹੈ, ਜੇ ਤੁਹਾਨੂੰ ਸਹੀ ਲੱਗ ਰਿਹਾ ਹੈ ਤਾਂ ਤੁਸੀਂ ਆਪਣੀ ਧੀ ਨੂੰ ਕਹਿ ਸਕਦੇ ਹੋ ਕਿ ਹਾਲੇ ਤੇਰੀ ਉਮਰ ਨਹੀਂ ਹੈ, ਠੀਕ ਹੈ, ਹਾਲੇ ਥੋੜਾ ਸਮਾਂ ਰੁਕ ਜਾ, ਅਸੀਂ ਤੁਹਾਡਾ ਵਿਆਹ ਕਰਵਾ ਦੇਵਾਂਗੇ। ਤਾਂ ਬਿਲਕੁਲ ਨੇਹਾ, ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਅੰਤ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਵੀ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਜਿੰਨੀ ਖੁੱਲ੍ਹ ਕੇ ਗੱਲ ਕਰ ਸਕਦੇ ਹੋ ਓਨੀ ਖੁੱਲ੍ਹ ਕੇ ਗੱਲ ਕਰੋ, ਕਿਉਂਕਿ ਜੇਕਰ ਤੁਸੀਂ ਸ਼ੁਰੂਆਤ ਤੋਂ ਹੀ ਆਪਣੇ ਬੱਚਿਆਂ ਦੇ ਨਾਲ ਇੱਕ ਦੋਸਤ ਬਣ ਕੇ ਰਹੋਗੇ, ਬੱਚੇ ਵੀ ਤੁਹਾਡੇ ਦੋਸਤ ਬਣ ਕੇ ਰਹਿਣਗੇ, ਕਿਉਂਕਿ ਉਮਰ ਦੇ ਨਾਲ ਨਾਲ ਸਰੀਰਕ ਤੌਰ ਤੇ ਬਦਲਾਅ ਜ਼ਰੂਰ ਆਉਂਦਾ ਹੈ। ਤੇ ਇਸੇ ਕਰਕੇ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਨਾਲ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਖੁੱਲ੍ਹ ਕੇ ਗੱਲ ਕਰਨ ਲੱਗੇ ਝਿਜਕਣਾ ਬਿਲਕੁਲ ਨਹੀਂ ਚਾਹੀਦਾ। ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਅੱਜ। ਤਾਂ ਕੱਲ ਇੱਕ ਨਵੇਂ ਐਪੀਸੋਡ ਦੇ ਨਾਲ ਮੁੜ ਤੁਹਾਡੇ ਮੁਖਾਤਿਬ ਹੋਵਾਂਗੇ। ਤੁਹਾਨੂੰ ਕਿਵੇਂ ਦਾ ਐਪੀਸੋਡ ਲੱਗਿਆ ਕੁੜੀਆਂ ਚਿੜੀਆਂ, ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ। ਫਿਲਹਾਲ ਦੇ ਲਈ ਸਾਨੂੰ ਦਿਓ ਇਜਾਜ਼ਤ, ਤੇ ਤੁਸੀਂ ਬਣੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ eBaba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ, ਲਾਈਵ ਪੰਜਾਬੀ ਟੀਵੀ।